The show is sponsored by Ashoka Tandoori Range. Enjoy the Indian taste. ਸਤਿ ਸ਼੍ਰੀ ਅਕਾਲ ਜੀ, ਮੈਂ ਹਾਰਿੰਕੂ ਚੌਧਰੀ ਤੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਖਬਰਾਂ ਦੇ ਵਿਸਤਾਰ 'ਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਪੰਜਾਬ ਵਿੱਚ ਨਹੀਂ ਖੁੱਲਣਗੇ ਜਿਮ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਿਤੀ ਕੀਤੀ ਸਾਫ਼, ਕਿਹਾ ਜਿਮ ਖੋਲ੍ਹਣ ਦਾ ਫੈਸਲਾ ਕੇਂਦਰ ਦੇ ਹੱਥ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਚਿੱਠੀ ਨਾਲ ਗਰਮਾਈ ਪੰਜਾਬ ਦੀ ਸਿਆਸਤ। ਸਿੱਖ ਆਗੂ ਭਾਈ ਧਿਆਨ ਸਿੰਘ ਮੰਡ ਨੇ ਵੀ ਦਿੱਤੀ ਸਖਤ ਪ੍ਰਤੀਕਿਰਿਆ। ਫਾਜ਼ਿਲਕਾ ਵਿੱਚ ਸੀਆਈਡੀ ਅਧਿਕਾਰੀ ਦੇ ਕਤਲ ਦੀ ਗੁੱਥੀ ਸੁਲਝੀ। ਮੁਲਜ਼ਮ ਨੂੰ ਆਪਣੀ ਮਾਂ ਨਾਲ ਅਧਿਕਾਰੀ ਦੇ ਨਾਜਾਇਜ਼ ਸੰਬੰਧਾਂ ਦਾ ਸੀ ਸ਼ੱਕ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਅੰਜਾਮ। ਜਲਦ ਖੁੱਲ ਸਕਦਾ ਹੈ ਕਰਤਾਰਪੁਰ ਸਾਹਿਬ ਕੋਰੀਡੋਰ। ਪਾਕਿਸਤਾਨ ਨੇ 29 ਜੂਨ ਨੂੰ ਕੋਰੀਡੋਰ ਖੋਲ੍ਹਣ ਦੀ ਕੀਤੀ ਮੰਗ। ਸ਼੍ਰੋਮਣੀ ਕਮੇਟੀ ਆਗੂਆਂ ਨੇ ਵੀ ਕੀਤੀ ਲਾਂਘਾ ਖੋਲ੍ਹਣ ਦੀ ਅਪੀਲ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਅੰਦਰ ਲੋਕਡਾਊਨ ਤੋਂ ਬਾਅਦ ਹੁਣ ਹੌਲੀ-ਹੌਲੀ ਲਗਭਗ ਸਾਰਾ ਕੁਝ ਖੋਲ੍ਹਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਲੋਕਾਂ ਵੱਲੋਂ ਜਿਮ ਖੋਲ੍ਹੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਿਮ ਖੋਲ੍ਹਣ ਦਾ ਫੈਸਲਾ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ। ਹੁਣ ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਇਹ ਸਾਡਾ ਲੋਕਡਾਊਨ ਨਹੀਂ ਹੈ। ਦਿਸ ਇਜ਼ ਅ ਨੈਸ਼ਨਲ ਡਿਜ਼ਾਸਟਰ ਐਕਟ ਹੈ ਜੋ ਗਵਰਨਮੈਂਟ ਆਫ ਇੰਡੀਆ ਚਲਾਉਂਦੀ ਹੈ। ਅਗਰ ਸਟੇਟ ਡਿਜ਼ਾਸਟਰ ਐਕਟ ਹੁੰਦਾ ਪੰਜਾਬ ਦਾ, ਫਿਰ ਮੇਰੇ ਹੱਥ 'ਚ ਹੁੰਦਾ ਸੀ। ਲੇਕਿਨ ਨੈਸ਼ਨਲ ਡਿਜ਼ਾਸਟਰ ਐਕਟ ਪ੍ਰਾਈਮ ਮਿਨਿਸਟਰ ਦੇ ਹੱਥ ਦੇ ਵਿੱਚ ਹੈ ਔਰ ਪ੍ਰਾਈਮ ਮਿਨਿਸਟਰ ਨੇ ਜੋ 30 ਮਈ ਨੂੰ ਸਾਡੀ ਇੱਥੇ ਭੇਜਿਆ ਸੀ, ਇੱਕ ਸਪੈਸੀਫਿਕ ਗੱਲ ਕਹੀ ਸੀ ਕਿ ਜਿਮਸ ਨਹੀਂ ਖੁੱਲ੍ਹਣਗੇ। ਹੁਣ ਗਡਕਰੀ ਸਾਹਿਬ ਸ਼ਾਇਦ ਆਪਣੇ ਪ੍ਰਾਈਮ ਮਿਨਿਸਟਰ ਨੂੰ ਦੱਸਣ ਕਿ ਇਹ ਰਿਕੁਐਸਟ ਆਈ ਹੈ ਔਰ ਇਹ ਹੋਣਾ ਚਾਹੀਦਾ ਹੈ। ਲੇਕਿਨ ਜਦੋਂ ਸਾਨੂੰ ਲਿਖ ਕੇ ਨਹੀਂ ਆਉਂਦਾ ਔਰ ਡਾਇਰੈਕਸ਼ਨ ਨਹੀਂ ਆਉਂਦੀ ਗਵਰਨਮੈਂਟ ਆਫ ਇੰਡੀਆ ਦੀ, ਪੰਜਾਬ ਗਵਰਨਮੈਂਟ ਕੁਛ ਅੱਗੇ ਕਦਮ ਨਹੀਂ ਲੈ ਸਕਦੀ। ਔਰ ਕਾਰਨ ਕੀ ਹੈ? ਕਾਰਨ ਦੇਖੋ, ਬੜਾ ਸਿੰਪਲ ਹੈ। ਤੁਸੀਂ ਡੰਬਲ ਚੱਕਦੇ ਹੋ, ਤੁਸੀਂ ਕਿਤੇ ਹੋਰ ਜਿਹੜੀ ਇਕੁਇਪਮੈਂਟ ਹੁੰਦੀ ਹੈ ਜਿਮ 'ਚ, ਅੱਜ ਇੱਕ ਖਤਮ ਕਰਦਾ ਹੈ, 1 ਮਿੰਟ 'ਚ ਹੀ ਦੂਜਾ ਚੜ੍ਹ ਜਾਂਦਾ ਹੈ ਉਸ ਮਸ਼ੀਨ 'ਤੇ, ਫਿਰ ਤੀਜਾ ਚੜ੍ਹ ਜਾਂਦਾ ਹੈ ਔਰ ਉੱਥੇ ਪਸੀਨਾ ਥੋੜ੍ਹਾ ਉੱਥੇ ਹੋ ਸਕਦਾ ਹੈ ਕਿ ਜਦ ਤੁਸੀਂ ਸਾਹ ਲੈਂਦੇ ਹੋ ਜ਼ੋਰ ਨਾਲ ਥੁੱਕ ਤੁਹਾਡਾ ਗਿਰ ਜਾਏ ਉੱਥੇ, ਤਾਂ ਉਹ ਇੱਕ ਬੰਦਾ ਉੱਠੂਗਾ, ਉਹਦਾ ਦੂਜੇ ਦਾ ਹੱਥ ਲੱਗ ਜੂ। ਸੋ ਇਟ ਇਜ਼ ਇੱਕ ਕੰਟੈਮੀਨੇਸ਼ਨ ਵਾਸਤੇ ਇੱਕ ਇਹ ਬੜੀ ਮੇਜਰ ਸੋਰਸ ਸਮਝੀ ਜਾਂਦੀ ਸੀ। ਇਹ ਇਸ ਲਈ ਤੁਹਾਨੂੰ ਵੇਟ ਕਰਨਾ ਪਊ। ਦੇਖੋ, ਇਹ ਇੱਕ ਬੜਾ ਮੇਜਰ ਸਮਝਿਆ ਜਾਂਦਾ ਹੈ ਕੰਟੈਮੀਨੇਸ਼ਨ ਫॉर ਕੋਵਿਡ। ਇਸ ਕਰਕੇ ਮੈਂ ਤੁਹਾਨੂੰ ਰਿਕੁਐਸਟ ਕਰਦਾ, ਔਖਾ ਤੁਹਾਨੂੰ ਜ਼ਰੂਰ ਲੱਗਦਾ, ਬਾਹਰ ਜਾ ਕੇ ਕਰੋ, ਗਰਾਊਂਡਾਂ ਦੇ ਵਿੱਚ ਜਾਓ। ਕੋਈ ਮਸ਼ੀਨ ਤੁਸੀਂ ਇੱਥੇ ਵਰਤਣਾ ਚਾਹੁੰਦੇ ਹੋ, ਬਾਹਰਲੇ ਪਾਸੇ ਚੱਕ ਕੇ ਬਾਹਰ ਲੈ ਜਾਓ, ਪਰ ਅੰਦਰ ਨਾ ਰੱਖੋ ਜਿੱਥੇ ਦਿਨ ਪਰ ਦਿਨ ਔਰ ਮਿੰਟ ਟੂ ਮਿੰਟ ਲੋਕ ਆ ਕੇ ਉੱਥੇ ਆਪਣਾ ਕੰਮ ਕਰਨ। ਭੱਜੋ, ਨੱਠੋ, ਆਪਣੀ ਜੋਗਿੰਗ ਕਰੋ, ਜੋ ਕੁਛ ਕਰਨਾ ਹੈ ਕਰੋ। ਇਹ ਜਦ ਤਾਈਂ ਇਹ ਥੋੜ੍ਹੀ ਕ੍ਰਾਈਸਿਸ ਨਹੀਂ ਮੁੱਕਦੀ, ਆਪਾਂ ਇਹਨੂੰ ਮੇਨਟੇਨ ਕਰੀਏ, ਨਹੀਂ ਆਪਾਂ ਹੋਰ ਇਸ ਗੱਲ ਨੂੰ ਪੰਜਾਬ ਦੇ ਵਿੱਚ ਫੈਲਾਵਾਂਗੇ। ਤਾਂ ਮੈਨੂੰ ਪਤਾ ਤੁਸੀਂ ਜਿਹੜੇ ਬੰਦੇ ਇਹ ਜਿਮ ਦੇ ਵਿੱਚ ਆਦੀ ਹੁੰਦੇ ਨੇ, ਮੈਂ ਵੀ ਆਪਣੇ ਜਦੋਂ ਬਚਪਨ ਹੁੰਦਾ ਸੀਗਾ ਔਰ ਅਸੀਂ ਵੀ ਕਰਦੇ ਸੀ ਸਭ ਕੁਝ, ਬਹੁਤ ਕੁਝ। ਇੱਕ ਦਿਨ ਕੋਈ ਰਹਿ ਜਾਂਦਾ ਸੀ ਤਾਂ ਚੰਗਾ ਨਹੀਂ ਲੱਗਦਾ ਸੀ ਸਾਨੂੰ, ਲੇਕਿਨ ਉਦੋਂ ਇਹ ਬਿਮਾਰੀ ਨਹੀਂ ਹੁੰਦੀ ਸੀ। ਹੁਣ ਤਾਂ ਬਿਮਾਰੀ ਇਹ ਬਹੁਤ ਫੈਲ ਗਈ ਹੈ ਸਾਡੇ ਸੂਬੇ 'ਚ। ਔਰ ਇਹ ਇੱਕ ਚੀਜ਼ ਜੋ ਹੈ ਗਡਕਰੀ ਸਾਹਿਬ ਨੇ ਜੋ ਕਿਹਾ ਹੈ, ਆਈ ਐਮ ਸ਼ੋਰ ਉਹ ਆਪਣੀ ਮਿਨਿਸਟਰੀ ਨਾਲ ਰਹਿ ਲੈਣਗੇ, ਵਿਦ ਦੀ ਹੋਮ ਮਿਨਿਸਟਰੀ ਐਂਡ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਨਾਲ। ਔਰ ਜੋ ਫਿਰ ਅਗਲੇ ਵਾਰ ਹੁਣ ਸਾਨੂੰ ਦੱਸਣਗੇ ਐਂਡ ਆਫ ਦੀ ਮੰਥ ਦੇ ਵਿੱਚ ਕਿ ਕੀ ਹੋਣਾ ਹੈ, ਫਿਰ ਅਸੀਂ ਤੁਹਾਨੂੰ ਅੱਗੇ ਕਰਨ। ਪਰ ਮੇਰੇ ਬਸ ਦੀ ਗੱਲ ਨਹੀਂ। ਅਗਰ ਮੇਰੇ ਬਸ ਦੀ ਗੱਲ ਹੁੰਦੀ, ਮੈਂ ਵੀ ਸ਼ਾਇਦ ਸੋਚਦਾ ਕਿ ਮੈਂ ਇਹਨੂੰ ਖੋਲ੍ਹਾਂ ਜਾਂ ਨਾ ਖੋਲ੍ਹਾਂ, ਕਿਉਂਕਿ ਮੈਂ ਬਿਮਾਰੀ ਨੂੰ ਰੋਕਣਾ ਚਾਹੁੰਦਾ, ਮੈਂ ਵਧਾਉਣਾ ਨਹੀਂ ਚਾਹੁੰਦਾ। ਇਸ ਕਰਕੇ ਇਹ ਸਾਨੂੰ ਕਦੇ ਕਦਮ ਕੌੜੇ ਚੱਕਣੇ ਪੈਂਦੇ ਨੇ ਜਿਹੜੇ ਤੁਹਾਨੂੰ ਕੌੜੇ ਲੱਗਣ, ਲੇਕਿਨ ਕਰਨਾ ਪੈਂਦਾ ਹੈ। ਸਾਲ 2015 ਦੌਰਾਨ ਵਾਪਰੀਆਂ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੀ ਜਾਂਚ ਅਜੇ ਜਾਰੀ ਹੈ। ਇਸੇ ਦਰਮਿਆਨ ਜਾਂਚ ਲਈ ਗਠਨ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਲਿਖੀ ਗਈ ਚਿੱਠੀ ਨੇ ਸਿਆਸਤ ਗਰਮਾ ਦਿੱਤੀ ਹੈ। ਇਸ ਨੂੰ ਲੈ ਕੇ ਸਿੱਖ ਆਗੂ ਭਾਈ ਧਿਆਨ ਸਿੰਘ ਮੰਡ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਪੰਜਾਬ ਅੰਦਰ ਸਾਲ 2015 ਦਰਮਿਆਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ, ਉਸ ਤੋਂ ਬਾਅਦ ਬਾਈਬਲ ਕਲਾਂ ਤੇ ਕੋਟਕਪੂਰਾ ਚੱਲੀਆਂ ਗੋਲੀਆਂ ਕਾਰਨ ਕਈ ਸਿੱਖ ਆਗੂ ਸ਼ਹੀਦ ਹੋ ਗਏ, ਜਿਸ ਤੋਂ ਬਾਅਦ ਲਗਾਤਾਰ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਫੈਸਲਾ ਅਜੇ ਤੱਕ ਨਹੀਂ ਆ ਸਕਿਆ। ਇਸੇ ਦਰਮਿਆਨ ਹੁਣ ਇੱਕ ਵਾਰ ਫਿਰ ਤੋਂ ਸਿਆਸਤ ਗਰਮਾ ਗਈ ਹੈ। ਦਰਅਸਲ ਇਸ ਦਾ ਕਾਰਨ ਹੈ ਕਿ ਜਾਂਚ ਲਈ ਗਠਿਤ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਸੈਸ਼ਨ ਜੱਜ ਨੂੰ
ਲਿਖੀ ਗਈ ਚਿੱਠੀ। ਦੱਸ ਦਈਏ ਕਿ ਬੀਤੇ ਦਿਨੀ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਸੈਸ਼ਨ ਜੱਜ ਨੂੰ ਚਿੱਠੀ ਲਿਖੀ ਗਈ ਹੈ, ਜਿਸ ਵਿੱਚ ਉਹਨਾਂ 5 ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਮੰਨਿਆ ਹੈ। ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਪਹਿਲਾਂ ਕਦੀ ਵੀ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ, ਪਰ ਆਈਜੀ ਵੱਲੋਂ ਜੋ ਚਿੱਠੀ ਲਿਖੀ ਗਈ ਹੈ ਉਸ ਵਿੱਚ ਛੋਟੇ ਬਾਦਲ ਅਤੇ ਵੱਡੇ ਬਾਦਲ ਲਈ ਦੋਸ਼ੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਤੇ ਹੁਣ ਸਿੱਖ ਆਗੂ ਭਾਈ ਧਿਆਨ ਸਿੰਘ ਮੰਡ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਮੰਡ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਤੇ ਪੂਰਾ ਭਰੋਸਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਗਾੜੀ ਮੋਰਚੇ ਦੇ ਦੌਰਾਨ ਜੋ ਸੈੱਟ ਬਣੀ, ਜਿਸ ਦੀ ਕਮਾਂਡ ਕੁੰਵਰ ਵਿਜੇ ਪ੍ਰਤਾਪ ਕਰ ਰਹੇ ਨੇ, ਉਹਨਾਂ ਨੇ ਸ਼ੁਰੂ ਤੋਂ ਲੈ ਕੇ ਬਹੁਤ ਵਧੀਆ ਕੰਮ ਕੀਤਾ। ਨਿਰਪੱਖਤਾ ਦੇ ਨਾਲ ਜਿਹੜੀ ਜਾਂਚ ਆ ਉਹਨੂੰ ਉਹਨਾਂ ਨੇ ਬਾਖੂਬੀ ਨਿਭਾਇਆ, ਅੱਜ ਵੀ ਨਿਭਾ ਰਹੇ ਨੇ। ਸੋ ਇਸ ਜਾਂਚ ਦੇ ਵਿੱਚ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਜਿਹੜੇ ਸਿੱਖ ਭੁੱਲ ਨਹੀਂ ਸਕਦੇ। ਕੋਟਕਪੂਰਾ ਚੌਂਕ ਦੇ ਵਿੱਚ ਲਾਠੀ ਚਾਰਜ ਹੋਇਆ, ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ, ਸਿੰਘ ਸ਼ਹੀਦ ਹੋਏ ਹੈ, ਤੇ ਹੋਰ ਬੜੇ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਉਹ ਖਿਲਾਰੇ ਗਏ। ਇਸ ਸਭ ਕਾਸੇ ਦਾ ਸਾਨੂੰ ਇਨਸਾਫ ਚਾਹੀਦਾ ਹੈ, ਔਰ ਕੁੰਵਰ ਵਿਜੇ ਪ੍ਰਤਾਪ ਦਾ ਜੋ ਕੰਮ ਹੈ ਉਹ ਬੜਾ ਨਿਰਪੱਖਤਾ ਦੇ ਨਾਲ, ਤੇ ਸਾਰੀ ਕੌਮ ਨੂੰ ਉਹਦੇ ਉੱਤੇ ਬਹੁਤ ਵੱਡਾ ਮਾਣ ਹੈ। ਪਰ ਉਹਦੀ ਜਾਂਚ ਦੇ ਵਿੱਚ ਕੁਝ ਰੁਕਾਵਟਾਂ ਆ ਰਹੀਆਂ ਨੇ। ਜਿਵੇਂ ਪਤਾ ਲੱਗਾ ਹੈ ਕਿ ਉਹਨਾਂ ਨੇ ਜੱਜ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੋਈ ਹੈ ਕਿ ਜੋ ਜਿਨ੍ਹਾਂ ਦੇ ਕੋਲ ਕੇਸ ਲੱਗੇ ਹੋਏ ਨੇ, ਉਹ ਜਿਹੜੇ ਜੱਜ ਸਾਹਿਬਾਨ ਨੇ ਉਹ ਬਾਦਲ ਪਰਿਵਾਰ ਪੱਖੀ ਨੇ। ਸੋ ਮੈਂ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਾਂਚ ਦੇ ਵਿੱਚ ਕੋਈ ਵੀ ਵਿਘਨ ਨਹੀਂ ਪੈਣਾ ਚਾਹੀਦਾ, ਔਰ ਕੁੰਵਰ ਵਿਜੇ ਪ੍ਰਤਾਪ ਜੋ ਕਰ ਰਿਹਾ, ਸਾਨੂੰ ਸਾਡੇ ਸਾਰੀ ਕੌਮ ਨੂੰ, ਪੰਥ ਨੂੰ ਬੜੀ ਤਸੱਲੀ ਹੈ। ਅਸੀਂ ਉਹਨਾਂ ਦੀ ਪਿੱਠ ਦੇ ਉੱਤੇ ਖੜੇ ਹਾਂ। ਅਗਰ ਇਹਦੇ ਵਿੱਚ ਕੋਈ ਵਿਘਨ ਪੈਂਦਾ ਹੈ ਤੇ ਫਿਰ ਬਰਗਾੜੀ ਮੋਰਚੇ ਦੀਆਂ ਸਮੁੱਚੀਆਂ ਜਿਹੜੀਆਂ ਟੀਮਾਂ ਨੇ ਉਹ ਫਿਰ ਹਰਕਤ ਵਿੱਚ ਆਉਣਗੀਆਂ। ਸੋ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਨਿਰਪੱਖਤਾ ਦੇ ਨਾਲ ਜਿਹੜੀ ਜਾਂਚ ਹੈ ਹੋਣੀ ਚਾਹੀਦੀ ਹੈ। ਉਹਦੇ ਵਿੱਚ ਕੋਈ ਵੀ, ਭਾਵੇਂ ਉਹ ਜੱਜ ਸਾਹਿਬਾਨ ਹੋਣ, ਭਾਵੇਂ ਸਰਕਾਰ ਹੋਵੇ ਜਾਂ ਕੋਈ ਹੋਰ ਹੋਵੇ, ਉਸ ਵਿੱਚ ਵਿਘਨ ਪਾਉਣ ਦੀ ਕੋਈ ਕੋਸ਼ਿਸ਼ ਨਾ ਕਰੇ। ਸਿੱਖ ਕੌਮ, ਖਾਲਸਾ ਪੰਥ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੂਗਾ। ਬਹਿਬਲ ਕਲਾਂ ਗੋਲੀकांड ਅਤੇ ਕੋਟਕਪੂਰਾ ਗੋਲੀकांड ਨੂੰ ਅੱਜ ਭਾਵੇਂ ਕਈ ਸਾਲ ਬੀਤ ਗਏ ਹਨ, ਪਰ ਇਸ ਦਰਮਿਆਨ ਸਰਕਾਰ ਵੀ ਬਦਲ ਚੁੱਕੀ ਹੈ, ਪਰ ਅਜੇ ਤੱਕ ਸਿਰਫ ਇੱਕੋ ਹੀ ਜਵਾਬ ਸੁਣਨ ਨੂੰ ਮਿਲ ਰਿਹਾ ਹੈ ਕਿ ਜਾਂਚ ਜਾਰੀ ਹੈ। ਪਰ ਉਹ ਜਾਂਚ ਕਦੋਂ ਪੂਰੀ ਹੋਵੇਗੀ, ਇਸ ਦਾ ਕਿਸੇ ਨੂੰ ਕੁਝ ਨਹੀਂ ਪਤਾ। ਹੁਣ ਜਾਂਚ ਅਧਿਕਾਰੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਪਣੀ ਚਿੱਠੀ 'ਚ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਨੂੰ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਦੱਸਿਆ ਹੈ, ਜਿਸ ਤੋਂ ਬਾਅਦ ਇਹ ਮੰਗ ਉੱਠ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਸ ਜਾਂਚ ਵਿੱਚ ਕੋਈ ਅੜਚਨ ਨਹੀਂ ਆਉਣੀ ਚਾਹੀਦੀ। ਬਿਊਰੋ ਰਿਪੋਰਟ। ਸੂਬੇ ਅੰਦਰ ਖੁਦਕੁਸ਼ੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਤੋਂ ਸਾਹਮਣੇ ਆਇਆ। ਇੱਥੇ ਇੱਕ 25 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਰਮੇਸ਼ ਕੁਮਾਰ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰਮੇਸ਼ ਦੇ ਪਿਤਾ ਨੇ ਦੱਸਿਆ ਕਿ ਉਹ ਘਰ ਵਿੱਚ ਬੱਚੇ ਦੀ ਦਵਾਈ ਲੈ ਕੇ ਆਉਣ ਦਾ ਕਹਿ ਕੇ ਬਾਹਰ ਆਇਆ ਸੀ ਅਤੇ ਇੱਥੇ ਆ ਕੇ ਖੁਦਕੁਸ਼ੀ ਕਰ ਲਈ। ਇੱਧਰ ਦੂਜੇ ਪਾਸੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ। ਗੱਲ ਜੀ ਜਿਹੜਾ ਕੋਈ ਰਾਤ ਦੀ ਗੱਲ ਹੋਈ ਜੀ, ਫਿਰ ਤਾਂ ਪਤਾ ਹੁੰਦਾ। ਸਵੇਰੇ ਵੀ ਇਕੱਠੇ ਉੱਠੇ ਆ, ਰੋਟੀ ਪਾਣੀ ਖਾਧਾ। ਇਹ ਵੀ ਕੰਮ ਤੇ 8:30 ਵਜੇ ਆ ਗਿਆ ਤੇ ਪਹਿਲੇ ਮੁੰਡਾ ਦਾ ਠੀਕ ਨਹੀਂ, ਪਰ ਮੈਂ ਦਵਾਈ ਜਾ ਗਿਆ ਤੇ 8 ਵਜੇ ਫਿਰ ਜਾਣਾ। ਅਸੀਂ ਵੀ 8:30 ਵਜੇ ਰੋਟੀ ਖਾ ਕੇ ਅਸੀਂ ਵੀ ਕੰਮ ਤੇ ਆ ਗਏ ਤੇ ਬਾਅਦ ਦੇ ਵਿੱਚ ਪਤਾ ਨਹੀਂ ਕਿ ਕੰਮ ਤੇ ਆਏ ਜਾਂ ਨਹੀਂ ਗਿਆ ਤੇ ਦਵਾਈ ਲੈਣ ਗਿਆ ਤਾਂ ਲੇਟ ਹੋ ਗਿਆ ਜਾਂ ਕੀ ਚੱਕਰ ਬਣਿਆ ਕੀ ਨਹੀਂ। ਤੇ ਹੁਣ ਬਾਅਦ 'ਚ ਪਤਾ ਲੱਗਾ ਵੀ ਮੈਂ ਕੰਮ ਕਰਨਾ ਰਾਜਨੀਤੀ ਨਾਲ ਕੰਮ ਕਰਦੇ। ਇਹ ਰਵਿੰਦਰ ਕੁਮਾਰ ਦਾ ਨਾਂ ਦਾ ਲੜਕਾ, ਉਮਰ ਦੀ ਕਰੀਬ 25-26 ਸਾਲ ਆ। ਇਹਦਾ ਪਿੰਡ ਹੈਗਾ ਰਸੂਲਪੁਰ ਰੰਗਣਾ। ਇਹਦੇ ਪਰਿਵਾਰ ਦੇ ਦੱਸਣ ਮੁਤਾਬਕ ਇਹ ਆ ਕਿ ਸਵੇਰੇ ਘਰ ਤੋਂ ਮੋਟਰਸਾਈਕਲ ਲੈ ਕੇ ਆਇਆ ਸੀ ਤੇ ਕਹਿੰਦਾ ਸੀ ਬੱਚੇ ਦੀ ਦਵਾਈ ਲੈਣ ਜਾਣਾ। ਤਾਂ ਇੱਥੇ ਨੇ ਆ ਕੇ ਧਮਰਾਈ ਤੋਲੀਆ ਚੱਕ ਨੂੰ ਜਾਂਦੀ ਨਹਿਰ ਦੇ ਕਿਨਾਰੇ ਪਟੜੀ ਦੇ ਦਰਖਤ ਇੱਕ ਦੇ ਨਾਲ ਬੋਰੀ ਦੀ ਰੱਸੀ ਬਣਾ ਕੇ ਤੇ ਉਹਦੇ ਨਾਲ ਆਪਣਾ ਫਾਹ ਲੈ ਕੇ ਲਟ ਗਿਆ। ਦੀ ਡੈਥ ਹੋ ਗਈ ਆ। ਰਾਹ ਜਾਂਦੇ ਕਿਸੇ ਬੰਦੇ ਨੇ ਵੇਖ ਕੇ ਤੇ ਪਰਿਵਾਰ ਨੂੰ ਸੂਚਿਤ ਕੀਤਾ, ਥਾਣੇ ਸੂਚਿਤ ਕੀਤਾ।
ਅਸੀਂ ਮੌਕੇ ਤੇ ਆਏ ਹਾਂ, ਡੀਐਸਪੀ ਸਾਹਿਬ ਵੀ ਆਏ ਸੀ, ਮੌਕਾ ਦੇਖਿਆ, ਪਰਿਵਾਰ ਦੀ ਗੱਲਬਾਤ ਸੁਣੀ ਆ। ਅਜੇ ਤੱਕ ਤਾਂ ਇਹਦਾ ਕੋਈ ਆਤਮ ਹੱਤਿਆ ਦੇ ਪਿੱਛੇ ਕੋਈ ਕਾਰਨ ਲੱਭਾ ਨਹੀਂ, ਨਾ ਹੀ ਕੋਈ ਸੁਸਾਈਡ ਨੋਟ ਮਿਲਿਆ। ਤੇ ਜੋ ਵੀ ਉਹਦਾ ਪਰਿਵਾਰ ਜਿਹੜਾ ਸਟੇਟਮੈਂਟ ਸਾਨੂੰ ਦੇ ਰਿਹਾ ਉਹਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਰਹੇ ਹਾਂ। ਇਨਵੈਸਟੀਗੇਸ਼ਨ ਵਿੱਚ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਹਨੂੰ ਜ਼ਰੂਰ ਸਾਹਮਣੇ ਲਿਆਂਦਾ ਜਾਏਗਾ। ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਆਏ ਦਿਨ ਕਿਸੇ ਨਾ ਕਿਸੇ ਪਾਸਿਓਂ ਕਤਲ ਦਾ ਮਾਮਲਾ ਸਾਹਮਣੇ ਆ ਜਾਂਦਾ ਹੈ। ਤਾਜ਼ਾ ਮਾਮਲਾ ਬਟਾਲਾ ਦੇ ਗਾਂਧੀ ਕੈਂਪ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰੇਮ ਸੰਬੰਧਾਂ ਦੇ ਚੱਲਦੇ ਇੱਕ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪਾਸੇ ਜਿੱਥੇ ਸੂਬੇ ਅੰਦਰ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਨਕਸ਼ੇ ਦਮ ਕਰ ਦਿੱਤਾ ਹੈ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਹਨ, ਉੱਥੇ ਹੀ ਪ੍ਰੇਮ ਸੰਬੰਧਾਂ ਦੇ ਚੱਲਦੇ ਹੋਣ ਵਾਲੇ ਕਤਲ ਜਾਂ ਫਿਰ ਮਾਰ ਕੁਟਾਈ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੁਝ ਅਜਿਹਾ ਹੀ ਮਾਮਲਾ ਬਟਾਲਾ ਦੇ ਗਾਂਧੀ ਕੈਂਪ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸਿਰਫਿਰੇ ਆਸ਼ਿਕ ਨੇ 3 ਬੱਚਿਆਂ ਦੀ ਮਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਹਿਚਾਣ ਸ਼ੀਤਲ ਵਜੋਂ ਹੋਈ ਹੈ। ਦਰਅਸਲ ਸ਼ੀਤਲ ਦੇ ਕੁਝ ਸਮਾਂ ਪਹਿਲਾਂ ਮੁਲਜ਼ਮ ਸੋਨੂ ਨਾਲ ਪ੍ਰੇਮ ਸੰਬੰਧ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ੀਤਲ ਦੀ ਮਹਿਲਾ ਦੋਸਤ ਨੇ ਦੱਸਿਆ ਕਿ ਸੋਨੂ ਨੇ ਉਸ ਦੇ ਘਰ ਆ ਕੇ ਸ਼ੀਤਲ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਉਹ ਅਤੇ ਸ਼ੀਤਲ ਮਿਲ ਕੇ ਉਹਨਾਂ ਦੇ ਘਰ ਉਲਾਂਭਾ ਦੇਣ ਪਹੁੰਚੇ ਤਾਂ ਸੋਨੂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਇਹ ਆਪਾਂ ਤੇ ਮੋੜ ਤੇ ਖੜੇ ਗਲੀ ਦੇ ਵਿੱਚ, ਇਹ ਆਏ ਸ਼ਰਾਬ ਪੀਤੀ ਸੀ ਇਹਨਾਂ ਨੇ, ਇਹਨੇ ਸੋਨੂ ਨੇ ਸ਼ਰਾਬ ਪੀਤੀ, ਇਹਨੇ ਚਪੇੜ ਮਾਰ ਦਿੱਤੀ। ਉਹ ਆਂਦੀ ਮੈਂ ਲਾਮਾ ਦੇਣ ਜਾਣਾ, ਤੇ ਉਹ ਲਾਮਾ ਦੇਣ ਆਈਆਂ ਅਸੀਂ ਦੋਵੇਂ ਜਣੇ। ਮੈਂ ਲਾਮਾ ਦੇਣ ਆਈਆਂ ਤਾਂ ਉਹਨੇ ਦਾਤਰ ਕੱਢ ਲਿਆ ਮੂਹਰੇ ਮੋਰ। ਚਪੇੜ ਕਿਤੇ ਮਾਰੀ ਸੀ? ਇਹਦੇ ਸੀਤਲ ਦੀ। ਚਪੇੜ ਦਾ ਕਾਰਨ ਕੀ ਸੀ ਮਾਰਨ ਦਾ ਜੀ? ਪਤਾ ਨਹੀਂ ਭਾਜੀ, ਆਪਸ ਵਿੱਚ ਇਹਨਾਂ ਦਾ ਕੋਈ ਮਾਮਲਾ ਹੋਣਾ, ਮੈਨੂੰ ਤਾਂ ਪਤਾ ਨਹੀਂ ਹੈਗਾ। ਘਰ ਕੌਣ ਕੌਣ ਸੀ ਇੱਥੇ? ਘਰ ਦੀ ਮਾਤਾ ਹੀ ਇਕੱਲੀ। ਕਿੰਨੇ ਵਜੇ ਦੀ ਘਟਨਾ ਹੈ? ਇਹ ਹੈਗੀ 8 ਤੇ 8:15 ਦੀ ਗੱਲ। ਮਾਰਿਆ ਕੀ ਇਹਨੇ? ਦਾਤਰ ਹੀ ਤੁਹਾਡੇ ਹੀ ਮਾਰਿਆ ਸੀ? ਹਾਂਜੀ ਮੇਰੇ ਵੀ ਦਾਤਰ, ਪਹਿਲਾਂ ਉਹਦੇ ਮਾਰੇ, ਦੂਜਾ ਮੇਰਾ। ਤੁਸੀਂ ਇੱਥੇ ਇਸ ਘਰ 'ਚ ਸੀ? ਤੁਸੀਂ ਇੱਥੇ ਇਹਦੇ ਨਾਲ ਹੀ ਆਈ ਦੀ ਮੈਂ ਵੀ। ਤੇ ਉਹਨਾਂ ਦੀ ਕਿਵੇਂ ਮੌਕੇ ਤੇ ਡੈਥ ਹੋ ਗਈ ਸੀ ਜਾਂ ਹਸਪੀਟਲ ਲੈ ਜਾਂਦੇ ਹੋ? ਨਹੀਂ, ਹਸਪੀਟਲ ਖੜਿਆ ਸੀ, ਇੱਥੇ ਸਰਕਾਰੀ ਖੜਿਆ ਸੀ, ਇਹਨਾਂ ਜਵਾਬ ਦੇ ਦਿੱਤਾ, ਅੰਮ੍ਰਿਤਸਰ ਲੈ ਗਏ। ਉਧਰ ਦੂਜੇ ਪਾਸੇ ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸ਼ੀਤਲ ਅਤੇ ਸੋਨੂ ਦੇ ਆਪਸ 'ਚ ਸੰਬੰਧ ਸਨ, ਪਰ ਹੁਣ ਸੋਨੂ ਨੇ ਹੀ ਸ਼ੀਤਲ ਦਾ ਕਤਲ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਮੌਕੇ ਤੇ ਆਏ ਜੀ, ਮੌਕੇ ਤੇ ਜਿਸ ਚੀਜ਼ ਨਾਲ ਉਹਨੇ ਤੇ ਕਤਲ ਕੀਤਾ ਉਹ ਬਰਾਮਦ ਕਰ ਲਿਆ ਜੀ। ਦੋਸ਼ੀ ਸੋਨੂ ਜਿਹੜਾ ਘਰੋਂ ਤੇ ਭਗੌੜਾ ਜੀ, ਇਹਨਾਂ ਦੀ ਪਹਿਲਾਂ ਆਪਸ ਵਿੱਚ ਕਿਤੇ ਫਰੈਂਡਸ਼ਿਪ ਹੈਗੀ ਸੀਗੀ। ਉਸ ਤੋਂ ਬਾਅਦ ਇਹ ਕਿਤੇ ਕੱਲ ਇੱਥੇ ਤੇ ਗਾਂਧੀ ਕੈਂਪ ਆਈ ਹੈ, ਇਹਨਾਂ ਦੀ ਮਾੜੀ ਮੋਟੀ ਕੋਈ ਮਹਿਨਾ ਹੋਈ ਆ, ਜਿਹਦੇ ਸੰਬੰਧ ਵਿੱਚ ਸੀਤਲ ਜਿਹੜੀ ਆ ਇਹਨਾਂ ਦੇ ਘਰ ਉਲਾਮਾ ਦੇਣ ਆਈ ਆ। ਜਦੋਂ ਘਰ ਉਲਾਮਾ ਦੇਣ ਆਈ ਆ ਤੇ ਸੋਨੂ ਦੇ ਘਰ ਦੇ ਦਾਤਰ ਪਿਆ ਸੀ, ਉਹਨੇ ਦਾਤਰ ਉਹਦੇ ਸਿਰ ਵਿੱਚ ਮਾਰਤਾ। ਜਿਹੜਾ ਅਮਨਦੀਪ ਹਸਪੀਟਲ ਅੰਮ੍ਰਿਤਸਰ ਦਾਖਲ ਸੀ ਲੇਡੀ, ਉਹਦੀ ਮੌਤ ਹੋ ਗਈ ਆ। ਡੈਡ ਬਾਡੀ ਉੱਥੋਂ ਲੈ ਕੇ ਤੇ ਕਾਰਵਾਈ ਹੋ ਰਹੀ ਹੈ। ਤੇ ਸਾਨੂੰ ਪਤਾ ਲੱਗਾ ਕਿ ਉਹ ਦੋਸ਼ੀ ਜਿਹੜਾ ਉਹ ਪੇਸ਼ ਹੋ ਗਿਆ ਆਪਣੇ? ਨਹੀਂ ਜੀ, ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ। ਸਰ ਕਤਲ ਦਾ ਕਾਰਨ ਕੀ ਹੈ ਵਿੱਚ? ਕਤਲ ਦਾ ਕਾਰਨ ਇਹਨਾਂ ਦੀ ਆਪੋ ਵਿੱਚ ਫਰੈਂਡਸ਼ਿਪ ਚੱਲਦੀ ਸੀ ਤੇ ਹੁਣ ਉਹਦੇ ਨਾਲ ਮਤਲਬ ਉਹ ਤੇ ਨਹੀਂ ਰਹਿੰਦੀ। ਸੋਨੂ ਪਹਿਲਾਂ ਸੀਤਲ ਦੇ ਨਾਲ ਇਹਨਾਂ ਦਾ ਸੀਗਾ, ਠੀਕ ਹੈ, ਹੁਣ ਨਹੀਂ ਰਹਿ ਰਹੀ। ਇਸੇ ਕਾਰਨ ਹੀ ਇੱਕ ਦੂਜੇ ਨਾਲ ਸੋਨੂ ਮੈਰਿਡ ਹੈ ਅਨਮੈਰਿਡ? ਅਨਮੈਰਿਡ। ਤੇ ਸ਼ੀਤਲ ਦੇ ਘਰ ਦਾ ਨਾਂ ਕੀ? ਸੀਤਲ ਦੇ ਘਰ ਵਾਲੇ ਦਾ ਨਾਮ ਜੀ ਕੁੰਦਨ ਲਾਲ ਜੀ। ਠੀਕ। ਕਿੰਨੇ ਨਿਆਣੇ ਜੀ ਉਹਨੂੰ? 3 ਬੱਚੇ ਆ ਜੀ। ਪ੍ਰੇਮ ਸੰਬੰਧਾਂ ਦੇ ਚੱਲਦੇ ਸੋਨੂ ਨੇ ਹੀ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਇਹ ਕਹਾਣੀ ਸਿਰਫ ਸ਼ੀਤਲ ਦੀ ਨਹੀਂ ਹੈ, ਅਜਿਹੇ ਹੋਰ ਵੀ ਬਹੁਤ ਸਾਰੇ ਮਾਮਲੇ ਆਏ ਦਿਨ ਸਾਹਮਣੇ ਆ ਜਾਂਦੇ ਨੇ। ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ। ਬੀਤੇ ਦਿਨੀ ਅਬੋਹਰ ਦੇ ਰਹਿਣ ਵਾਲੇ ਸੀਆਈਡੀ ਪੁਲਿਸ ਅਧਿਕਾਰੀ ਦੇ ਕਤਲ ਦੀ ਗੁੱਥੀ ਸੀਆਈਏ ਸਟਾਫ ਨੇ ਸੁਲਝਾ ਦਿੱਤੀ ਹੈ। ਦਰਅਸਲ ਬੀਤੇ ਦਿਨੀ ਸੀਆਈਡੀ ਪੁਲਿਸ ਦੇ ਅਧਿਕਾਰੀ ਗੁਰਵਿੰਦਰ ਸਿੰਘ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਦਰਅਸਲ ਮੁਲਜ਼ਮ ਨੂੰ ਅਧਿਕਾਰੀ ਦੇ ਆਪਣੀ ਮਾਂ ਨਾਲ ਨਾਜਾਇਜ਼ ਸੰਬੰਧ ਹੋਣ ਦਾ ਸ਼ੱਕ ਸੀ, ਜਿਸ ਕਾਰਨ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹ ਗੁਰਵਿੰਦਰ ਸਿੰਘ ਸਬ ਇੰਸਪੈਕਟਰ ਪ੍ਰੋਫੈਸ਼ਨ ਭਰਤੀ ਅਬੋਹਰ ਦੇ ਰਹਿਣ ਵਾਲੇ ਸੀ, ਇੱਥੇ ਫਾਜ਼ਿਲਕਾ ਤਾਇਨਾਤ ਸੀ। ਉਹ ਪਿਛਲੀ ਰਾਤ ਉਹਨਾਂ ਦਾ ਰਾਤ ਨੂੰ 10 ਵਜੇ ਬਾਹਰ ਉਹ ਖਾਣਾ ਖਾ ਕੇ ਬਾਹਰ ਨਿਕਲੇ, ਸੜਕ 'ਤੇ ਸੀਤੋ ਰੋਡ 'ਤੇ ਉਹਨਾਂ ਨੂੰ ਅਣਪਛਾਤੇ ਆਦਮੀ ਵੱਲੋਂ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਅਤੇ ਜਿਹਦੇ ਸੰਬੰਧ 'ਚ ਐਸਐਸਪੀ ਸਾਹਿਬ ਫਾਜ਼ਿਲਕਾ ਸਰਦਾਰ ਅਰਜੀਤ ਸਿੰਘ IPS ਉਹਨਾਂ ਨੇ ਵੱਖ-ਵੱਖ ਟੀਮਾਂ ਬਣਾਈਆਂ, ਜਿਵੇਂ CAE ਦੀ ਟੀਮ ਸੀ, DSP ਅਬੋਹਰ, DSP ਬੱਲੂਆਣਾ ਜੀ, ਅਤੇ ਉਹ ਸਾਰੀਆਂ ਟੀਮਾਂ ਨੇ ਮਿਹਨਤ ਕਰਕੇ ਉਹਨੂੰ 24 ਘੰਟਿਆਂ ਦੇ ਵਿੱਚ ਉਹ ਮੁਕੱਦਮਾ ਟਰੇਸ ਕਰ ਲਿਆ। ਨਮਨ ਗੁਦਾਰਾ ਪੁੱਤਰ ਰਾਜਕੁਮਾਰ ਗੁਦਾਰਾ ਵਾਸੀ ਬਸੰਤ ਨਗਰੀ ਗਲੀ ਨੰਬਰ 1,
ਜਿਹਨੂੰ ਇਹ ਸ਼ੱਕ ਸੀ ਕਿ ਉਹ ਜਿਹੜਾ ਗੁਰਿੰਦਰ ਸਿੰਘ ਦੇ ਕੋਈ ਉਹਦੀ ਮਦਰ ਨਾਲ ਕੋਈ ਗਲਤ ਰਿਲੇਸ਼ਨ ਨੇ, ਉਹ ਸ਼ੱਕ ਦੇ ਆਧਾਰ 'ਤੇ ਹੀ ਉਹਨੇ ਉਹਦਾ ਕਤਲ ਕਰ ਦਿੱਤਾ ਸੀ। ਤੇ ਨਮਨ ਗਦਾਰਾ ਨੂੰ ਉਹਦੀ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਤਫਤੀਸ਼ ਜਾਰੀ ਹੈ। ਇਹ ਨਮਨ ਗਦਾਰਾ ਤੇ ਇੱਕ ਉਹਦਾ ਮਾਮਾ ਹੈ ਜੀ ਵਿਕਰਮ ਜੀ ਬਾਬੂ ਜੀ, ਉਹਨਾਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕੌਣ ਸ਼ਾਮਿਲ ਸੀਗੇ ਜਿਹੜੇ ਕਤਲ ਦੇ ਵਿੱਚ? ਇੱਕ ਦੋ ਵਾਰਦਾਤ ਇਹਨਾਂ ਦੋ ਨੇ ਰਲ ਕੇ ਕੀਤੀ ਜੀ, ਨਮਨ ਗਦਾਰਾ ਤੇ ਇੱਕ ਮੁੰਡਾ ਕਰਮਜੀਤ ਕਰਮਾ ਹੈ ਜੀ, ਉੱਥੋਂ ਦਾ ਜੀ ਬਸੰਤ ਨਗਰੀ ਦਾ ਜੀ, ਉਹ ਇਹਦਾ ਦੋਸਤ ਹੈ ਜੀ। ਉਹਨੇ ਨਾਲ ਇਹਦੇ ਗੱਡੀ ਪ੍ਰੋਵਾਈਡ ਕੀਤੀ, ਜਦੋਂ ਇਹ ਇੱਥੋਂ ਫਾਇਰ ਮਾਰੇ ਤਾਂ ਉਹ ਨਾਲ ਗੱਡੀ 'ਚ ਬਿਠਾ ਕੇ ਦੋਨੇ ਇਕੱਠੇ ਇੱਥੋਂ ਅੱਗੇ ਬਾਹਰ ਨੂੰ ਭੱਜੇ ਸੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਜਲਦੀ ਹਾਜ਼ਰ ਹੁੰਦੇ ਹਾਂ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਦੇ ਨਾਲ। The show is sponsored by Ashoka Tandoori Range. Enjoy the Indian taste. The show is sponsored by Ashoka Tandoori Range. Enjoy the Indian taste. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਗੁਰਦਾਸਪੁਰ ਅੰਦਰ ਇੱਕ ਮਜ਼ਦੂਰ ਵਿਅਕਤੀ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, ਜਾਣਕਾਰੀ ਮੁਤਾਬਕ ਹਮਲਾਵਰ ਮੰਦਬੁੱਧੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ ਇਸ ਰਿਪੋਰਟ ਵਿੱਚ। ਸੂਬੇ ਅੰਦਰ ਕਤਲ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਜੇਕਰ ਗੱਲ ਜ਼ਿਲ੍ਹਾ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਆਏ ਦਿਨ ਜ਼ਿਲ੍ਹੇ ਅੰਦਰ ਕਿਸੇ ਨਾ ਕਿਸੇ ਕਤਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਮਾਮਲਾ ਬਟਾਲਾ ਦੇ ਪਿੰਡ ਸ਼ੇਖਪੁਰ ਕਲਾ ਦਾ ਹੈ, ਜਿੱਥੇ ਇੱਕ ਮਜ਼ਦੂਰ ਵਿਅਕਤੀ ਦਾ ਕਤਲ ਕੀਤਾ ਗਿਆ। ਮੁਲਜ਼ਮ ਮੰਦਬੁੱਧੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਜਾਰਜ ਮਸੀਹ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਾਰਜ ਮਸੀਹ ਉਹਨਾਂ ਦੇ ਖੇਤ 'ਚ ਕੰਮ ਕਰ ਰਿਹਾ ਸੀ ਅਤੇ ਜਦੋਂ ਤੱਕ ਘਟਨਾ ਬਾਰੇ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਮਰ ਚੁੱਕਿਆ ਸੀ। ਇਹ ਜਿਹੜਾ ਬੰਦਾ ਜਿਹਦਾ ਕਤਲ ਹੋਇਆ, ਇਹ ਫੁਹਾਰਾ ਚੌਂਕ ਤੋਂ 7 ਦਿਨ ਹੋ ਗਏ ਇਹਨਾਂ ਨਾਲ ਲਗਾਤਾਰ ਦਿਹਾੜੀ ਤੇ ਆਉਣ ਡਿਆ ਜੀ। ਇਹ ਕੰਮ ਸਾਡੀ ਜ਼ਮੀਨ ਹੈ ਰੇਲ ਦੇ ਨਾਲ, ਉੱਥੇ ਕੰਮ ਕਰਦੇ ਦੌਰਾਨ ਇਹ ਬੰਦਾ ਜਿਹੜਾ ਮੈਂਟਲੀ ਅਪਸੈਟ ਹੈ, ਕਿਤੇ ਇਹਦੇ ਕੰਟੈਕਟ 'ਚ ਆਇਆ, ਇਹਨੇ ਕਿਤੇ ਚਾਹ ਚੂਹ ਦੀ ਸੁਲਾ ਮਾਰੀ ਵੀ ਬੰਦਾ ਸਿੱਧਾ ਇਹਨੂੰ ਚਾਹ ਪੁੱਛ ਲੈਂਦੇ ਆ। ਇਹਨੇ ਚਾਹ ਪੁੱਛੀ, ਪੰਬੀ ਦੇ ਲਿਆ ਕੇ ਉਹਨੂੰ ਚਾਹ ਪਿਆਈ ਕਿਤੇ ਕੱਲ੍ਹ ਵੀ, ਜਾਂ ਖਾਣਾ ਵਗੈਰਾ ਦਿੱਤਾ ਹੋਊਗਾ। ਉਹ ਅੱਜ ਵੀ ਉਸੇ ਦੌਰਾਨ ਉਸੇ ਪੀਰੀਅਡ ਤੋਂ 2 ਵਜੇ ਦੇ ਕਰੀਬ ਉਹ ਉੱਥੇ ਆ ਗਿਆ ਹੋਊਗਾ। ਇਹ ਬੰਦਾ ਆਪਣਾ ਖਾਣਾ ਪਾਣੀ ਖਾ ਕੇ ਸੌਂ ਗਿਆ। ਤਾਇਆ ਹੀ ਹੁਣ ਪਰਲਾਂ 3 ਕਿੱਲੇ ਪਰਾਂ ਆਪਣਾ ਪਾਣੀ ਚੇਂਜ ਕਰਨ ਦੇ ਲਾਗੇ ਜਿਹੜੀ ਲੇਬਰ ਝੋਨਾ ਲਾਉਣ ਡਈ ਆ, ਉਹ ਪਨੀਰੀ ਸੁੱਟਣ ਡਈ ਆ। ਜਦੋਂ ਇਹਨਾਂ ਨੇ ਵੇਖਿਆ ਵੀ ਉਹ ਕਹੀ ਜਿਹੜੀ ਹੈ ਬੜੀ ਤੇਜ਼ ਤਿੱਖੀ ਕਹੀ ਸੀ, ਉਹਦੇ ਨਾਲ ਉਹਨੇ ਟੱਪ ਮਾਰਿਆ। ਜਦੋਂ ਖੜਾ ਗਏ ਭੱਜ ਕੇ ਆਏ ਆ, ਆਉਂਦਿਆਂ ਨੂੰ ਮੌਕੇ ਤੇ ਬੰਦਾ ਡੈੱਡ ਹੋ ਗਿਆ। ਇਹਨਾਂ ਨੇ ਲੇਬਰ ਵਾਲੇ ਬੰਦਿਆਂ ਨੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪਹਿਲੋਂ, ਤੇ ਇਹਨਾਂ ਨੇ ਫੜ ਲਿਆ। ਉਹਨੂੰ ਫੜ ਕੇ ਇਹਨਾਂ ਨੇ ਬੰਨਿਆ। ਮੁੜ ਕੇ ਉਹ ਬੰਦਾ ਮੈਂਟਲੀ ਇੰਨਾ ਅਪਸੈਟ ਵੀ ਉਹ ਕੁਝ ਆਪਣੇ ਨਾਂ ਤੋਂ ਬਗੈਰ ਉਹਨੇ ਕੁਝ ਨਹੀਂ ਦੱਸਿਆ। ਇਸ ਦੇ ਨਾਲ ਹੀ ਮ੍ਰਿਤਕ ਜਾਰਜ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਾਰਜ ਨੂੰ ਹਸਪਤਾਲ ਵੀ ਨਹੀਂ ਲੈ ਕੇ ਜਾਇਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਇਹ ਸਰਦਾਰ ਹੋਣਾ ਸਾਡੇ ਭਰਾ ਨੂੰ ਸਾਡੇ ਘਰੋਂ ਖੜਿਆ, ਘਰੋਂ ਖੜ ਕੇ ਇਹਨਾਂ ਨੇ ਕੰਮ ਤੇ ਡਾਇਆ ਤੇ ਉਹ ਕਿਤੇ ਉਹਨੂੰ ਕੰਮ ਤੋਂ ਜਾ ਕੇ ਉਹਨੂੰ ਸਵਾਲ ਦਿੱਤਾ ਵਾ। ਉਧਰੋਂ ਕੋਈ ਭਈਆ ਆਇਆ ਤੇ ਭਈਏ ਨੇ ਖੜ ਕੇ ਇਹਨੂੰ ਕਹਿੰਦੇ ਵੀ ਦਾਤਰਾਂ ਨਾਲ ਮਾਰ ਦਿੱਤਾ। 4-5 ਟੱਪ ਲਾਏ ਦੇ ਨੇ। ਸਰਦਾਰ ਹੁਣੀ ਉੱਥੇ ਲੱਗੇ ਸੀ ਆਪਣੇ ਡੇਰੇ ਤੇ। ਇਹਨਾਂ ਨੂੰ ਜੇ ਭਈਏ ਨੂੰ ਮਾਰਿਆ ਤੇ ਇਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਸਾਡੇ ਭਰਾ ਦੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ। ਜੇ ਉਹਨੂੰ ਸਟੱਪ ਲਾਈ ਤਾਂ ਉਹਨੂੰ ਰੈਫਰ ਕਰਾਉਂਦੇ ਹਸਪਤਾਲ, ਇਹਨਾਂ ਹਸਪਤਾਲ ਵੀ ਰੈਫਰ ਨਹੀਂ ਕਰਾਇਆ ਤੇ ਆਪਣੇ ਡੇਰੇ ਤੇ ਹੀ ਰੱਖ ਛੱਡਿਆ। ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਸਾਨੂੰ ਇਨਸਾਫ ਚਾਹੀਦਾ ਸਰਕਾਰ ਕੋਲ। ਉਧਰ ਦੂਜੇ ਪਾਸੇ ਜਦ ਘਟਨਾ ਦੀ ਪੁਸ਼ਟੀ ਲਈ ਸਥਾਨਕ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਸਦਰ ਦੇ ਅਧਿਕਾਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਘਟਨਾ ਬਾਰੇ ਜਿਉਂ ਹੀ ਪਤਾ ਲੱਗਿਆ ਉਹ ਮੌਕੇ ਤੇ ਪਹੁੰਚੇ ਹਨ। ਅਧਿਕਾਰੀਆਂ ਮੁਤਾਬਕ ਮੁਲਜ਼ਮ ਮੰਦਬੁੱਧੀ ਹੈ। ਮੁੰਡਾ ਜੀ ਅੱਜ ਥਾਣੇ ਹਾਜ਼ਰ ਸੀ। ਵਿਜੇ ਕੁਮਾਰ ਚੌਕੀਦਾਰ ਦਾ ਫੋਨ ਆਇਆ ਵੀ ਇੱਥੇ ਇੱਕ ਮਰਡਰ ਹੋ ਗਿਆ। ਮੌਕੇ ਤੇ ਪਹੁੰਚੇ ਜੀ। ਮੌਕੇ ਤੇ ਪਹੁੰਚ ਕੇ ਵੇਖਿਆ ਜੀ ਉਹ ਇੱਕ ਜਾਰਜ ਮਸੀਹ ਸਨ ਆਫ ਸਲਾਮਤ ਮਸੀਹ, ਉਹ ਬੋੜੀ ਨਦੀ ਦਾ ਰਹਿਣ ਵਾਲਾ, ਇੱਥੇ ਦਿਹਾੜੀ ਤੇ ਆਇਆ ਸੀ ਦਿਹਾੜੀ ਕਰਨ ਵਾਸਤੇ। ਤਾਂ ਲੇਬਰ ਕਰਕੇ ਆਪਣਾ ਕੰਮ ਕਰਕੇ ਤੇ ਲੰਮਾ ਪਿਆ ਸੀ ਬੰਬੀ ਤੇ ਤਖਤਪੁਰੇ ਤੇ। ਇੱਕ ਪ੍ਰਵਾਸੀ ਮਜ਼ਦੂਰ ਕੋਈ ਮਿਲਟਰੀ ਅਫਸਰ ਹੈ ਕੋਈ, ਉਹ ਆਇਆ, ਉਹਨੇ ਕਈ ਲਾਗੇ ਪਈ, ਕਈ ਨਾ ਫੜ ਕੇ ਉਹਨੂੰ ਟੱਪ ਮਾਰ ਕੇ ਤੇ ਮੌਕਾ ਤਾਂ ਮਾਰਤਾ ਜੀ। ਕੱਲ ਕਹਿੰਦੇ ਰੋਟੀ ਪਾਣੀ ਮੈਨੂੰ ਕੀ ਖਵਾਇਆ ਸੀ? ਕੱਲ੍ਹ ਉਸ ਦਾ ਦੱਸਿਆ ਉਹਨੇ ਮੁਤਾਬਕ ਕੱਲ੍ਹ ਰੋਟੀ ਇਹਨੂੰ ਖਾ ਕੇ ਗਿਆ ਸੀ ਲਾਗੋਂ। ਤਾਂ ਉਹਨੂੰ ਰੋਟੀ ਖਵਾਤੀ। ਅੱਜ ਰੋਟੀ ਖਾਣ ਦੇ ਬਹਾਨੇ ਇੱਥੇ ਆਇਆ। ਮਾੜੀ ਕਿਸਮਤ ਉਹਦੀ, ਰੋਟੀ ਨਹੀਂ ਮਿਲੀ, ਕਈ ਲਾਗੋਂ ਫੜ ਕੇ ਤੇ ਕਈ ਨਾ ਮਾਰਤਾ ਜੀ। ਘਟਨਾ ਦੌਰਾਨ ਮੁਲਜ਼ਮ ਭਾਵੇਂ ਮੰਦਬੁੱਧੀ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਅੰਦਰ ਆਏ ਦਿਨ ਕਤਲ ਦੇ ਮਾਮਲੇ ਅਤੇ ਲੁੱਟਖੋਹ ਦੇ ਮਾਮਲੇ ਸਾਹਮਣੇ ਆ ਰਹੇ ਹਨ
ਅਜਿਹੇ ਵਿੱਚ ਚਾਹੀਦਾ ਹੈ ਕਿ ਕੋਈ ਸਖਤ ਕਾਨੂੰਨ ਬਣਾਇਆ ਜਾਵੇ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ। ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਹੁਣ ਲੋਕ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਨੇ। ਇਸ ਦੇ ਚੱਲਦਿਆਂ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਵੱਲੋਂ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਲੁਧਿਆਣਾ ਦੇ ਭਾਰਤ ਨਗਰ ਚੌਕ ਵਿੱਚ ਆਗੂਆਂ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਪੰਜਾਬ ਪ੍ਰਧਾਨ ਨਿਰਮਲ ਕੈਡਾ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਵੱਲੋਂ ਪੂਰੇ ਦੇਸ਼ ਅੰਦਰ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਅੱਜ ਮੈਂ ਸਮਝਦਾ ਨਰਿੰਦਰ ਮੋਦੀ ਜੀ ਨੇ ਇੱਕ ਇਤਿਹਾਸ ਰਚਤਾ ਜਿਹੜਾ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹੋਇਆ ਵੀ ਕੋਈ ਦਿਨ ਐਸਾ ਨਹੀਂ ਜਿਹੜਾ ਕਿ ਪੈਟਰੋਲ ਤੇ ਡੀਜ਼ਲਾਂ ਦੇ ਵਿੱਚ ਰੇਟ ਨਾ ਵਧਦੇ ਹੋਣ। 10 ਤੋਂ 12 ਦਿਨਾਂ ਦੇ ਵਿੱਚ 10 ਰੁਪਏ ਪੈਟਰੋਲ ਤੇ ਡੀਜ਼ਲ ਰੇਟ ਪਾਰ ਕਰ ਜਾਣਾ ਵੱਡੀ ਆਪਣੇ ਆਪ 'ਚ ਉਪਲਬਧੀ ਆ ਬੀਜੇਪੀ ਸਰਕਾਰ ਦੀ। ਪਹਿਲੀ ਵਾਰ ਹੋਇਆ ਇੰਨੇ ਘੱਟ ਸਮੇਂ ਦੇ ਵਿੱਚ ਇੰਨੇ ਰੇਟ ਅੱਪ ਹੋ ਜਾਣ। ਪਹਿਲਾਂ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਹੁੰਦੇ ਸੀ, ਜੇ ਉਹ 50 ਪੈਸੇ ਰੇਟ ਵਧਾਉਂਦੀ ਸੀ ਤਾਂ ਪ੍ਰਦਰਸ਼ਨ ਦੇ ਵਿੱਚ 20 ਪੈਸੇ ਤੋਂ 30 ਪੈਸੇ ਮਾਈਨਸ ਹੁੰਦਾ ਸੀ ਤੇ 20 ਤੋਂ 25 ਪੈਸੇ ਲਾਗੂ ਕੀਤਾ ਜਾਂਦਾ ਸੀ। ਤਾਂ ਸਰਕਾਰਾਂ ਸੁਣਦੀਆਂ ਸੀ ਲੋਕਾਂ ਦੇ ਪ੍ਰਦਰਸ਼ਨ ਦਾ, ਓਪੋਜੀਸ਼ਨ ਦੇ ਪ੍ਰਦਰਸ਼ਨ ਦਾ। ਇਹ ਪਹਿਲੀ ਸਰਕਾਰ ਆ ਜਿਹੜਾ ਕਿ ਲੋਕਾਂ ਦੇ ਪ੍ਰਦਰਸ਼ਨ ਦੀ ਆਵਾਜ਼ ਸੁਣਨ ਨੂੰ ਤਿਆਰ ਨਹੀਂ ਹੈਗੀ। ਕਿਉਂ ਤਿਆਰ ਨਹੀਂ ਹੈਗੀ? ਇੱਕ ਪਾਸੇ ਜਿਹੜਾ ਕੇਂਦਰੀ ਮੰਤਰੀ ਆ ਇਹਨਾਂ ਦਾ ਪੈਟਰੋਲੀਅਮ ਮੰਤਰੀ ਧਰਮਿੰਦਰ ਜੀ ਉਹ ਬਿਆਨ ਦੇ ਰਿਹਾ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ। ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲਾਂ 'ਚ ਕੁਛ ਕਰ ਹੀ ਨਹੀਂ ਸਕਦੀ। ਜੇ ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲਾਂ ਦੇ ਰੇਟ ਕੁਛ ਨਹੀਂ ਕਰ ਸਕਦੀ ਤਾਂ ਤੁਸੀਂ ਸ਼ਾਸਨ ਕਿਉਂ ਚਲਾ ਰਹੇ ਹੋ? ਤੁਹਾਡੀ ਸਰਕਾਰ, ਜੇ ਤੁਸੀਂ ਇਹੋ ਜਿਹੇ ਬਿਆਨ ਦਿਓਗੇ ਤਾਂ ਲੋਕ ਤੁਹਾਤੋਂ ਕੀ ਉਮੀਦਾਂ ਰੱਖਣਗੇ? ਤੁਸੀਂ ਕੇਂਦਰ ਸਰਕਾਰ ਦੇ ਵਿੱਚੋਂ ਇਹ ਭੁੱਲੋ ਨਾ, ਤੁਸੀਂ ਲੋਕਾਂ ਨੂੰ ਜਵਾਬ ਦੇਈਓ। ਅੱਜ ਦੂਸਰੇ ਜਿਹੜੇ ਸਾਡੇ ਭਾਰਤ ਦੇ ਨਾਲ ਲੱਗਦੇ ਦੇਸ਼ ਨੇ, ਜੇ ਉਹ ਕੋਵਿਡ-19 ਨੂੰ ਦੇਖਦੇ ਹੋਏ ਆਪਣੇ ਦੇਸ਼ ਦੇ ਵਿੱਚ ਪੈਟਰੋਲ ਤੇ ਡੀਜ਼ਲਾਂ ਦੇ ਰੇਟ ਘਟਾ ਸਕਦੇ ਆ, ਕਿਸਾਨਾਂ ਨੂੰ ਦੇਖਦੇ ਹੋਏ, ਇੰਡਸਟਰੀਅਲ ਨੂੰ ਦੇਖਦੇ ਹੋਏ, ਕੀ ਹਿੰਦੁਸਤਾਨ ਦੇ ਵਿੱਚ ਕਿਸਾਨ ਨਹੀਂ ਹੈਗੇ? ਕੀ ਹਿੰਦੁਸਤਾਨ ਦੇ ਵਿੱਚ ਇੰਡਸਟਰੀਅਲ ਨਹੀਂ ਹੈਗੇ? ਕਿ ਨਰਿੰਦਰ ਮੋਦੀ ਜੀ ਨੂੰ ਇਹਨਾਂ ਨੂੰ ਨਹੀਂ ਚਾਹੀਦਾ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਦਈਏ ਪੈਟਰੋਲ ਤੇ ਡੀਜ਼ਲਾਂ ਦੇ ਨੇ? ਉਹ ਵੈਸੇ ਤਾਂ ਜਾਣ ਕੇ ਪੂਰੇ ਵਰਲਡ ਦੇ ਵਿੱਚ ਹੀ ਜਿਹੜੀ ਇਹ ਮਹਾਮਾਰੀ ਫੈਲੀ ਆ ਕੋਵਿਡ-19, ਇਹਦੇ ਵਿੱਚ ਸਾਡਾ ਹਿੰਦੁਸਤਾਨ ਵੀ ਇਹ ਵੀ ਬੁਰੀ ਤਰ੍ਹਾਂ ਗ੍ਰਸਤ ਆ। ਇਸ ਸਮੇਂ ਤਾਂ ਲੋਕਾਂ ਨੂੰ ਰਾਹਤ ਦੇਣ ਦੀ ਲੋੜ ਸੀ, ਗਰੀਬ ਨੂੰ, ਹਰੇਕ ਵਰਗ ਦੇ ਲੋਕ ਨੂੰ ਰਾਹਤ ਦੇਣ ਦੀ ਲੋੜ ਸੀ। ਜਿੱਥੇ ਜਿਹੜੀ ਕੇਂਦਰ ਸਰਕਾਰ ਆ ਸਾਡੀ, ਉਹਨੇ ਰਾਹਤ ਦੇਣ ਦੀ ਬਜਾਏ ਸਗੋਂ ਡੀਜ਼ਲ ਦੇ ਪੈਟਰੋਲ ਦੇ ਰੇਟ ਵਧਾ ਕੇ ਸਾਰੇ ਹੀ ਕੰਮਕਾਰ ਠੱਪ ਕਰਤੇ, ਸਗੋਂ ਰੇਟ ਸਾਰੇ ਵਧਾਤੇ, ਹੋਰ ਹੀ ਵਧਾਤੇ। ਅਸੀਂ ਜਿਹੜੇ ਆ ਅੱਜ ਸਾਡੇ ਕਾਂਗਰਸ ਸੇਵਾ ਦਲ ਦੇ ਪੰਜਾਬ ਦੇ ਪ੍ਰਧਾਨ ਨਿਰਮਲ ਕੈਰਾ ਜੀ ਦੀ ਅਗਵਾਈ ਵਿੱਚ ਲੁਧਿਆਣਾ ਸ਼ਹਿਰ ਵਿੱਚ ਸਾਡੇ ਮੋਨਕਾ ਰਾਣੀ ਜੀ, ਜਸਵਿੰਦਰ ਕੌਰ ਭੈਣ ਜੀ, ਰਕੇਸ਼ ਸ਼ਰਮਾ ਸਾਰੇ ਅਗਵਾਈ ਵਿੱਚ ਕੇਂਦਰ ਸਰਕਾਰ ਨੂੰ ਮੰਗ ਕਰਦੇ ਆ ਵੀ ਆਪਣੇ ਜਿਹੜੇ ਕੀਮਤਾਂ ਘਟਾਉਣ ਤੇ ਲੋਕਾਂ ਨੂੰ ਰਾਹਤ ਦੇਣ, ਨਹੀਂ ਤਾਂ ਸਾਡਾ ਸੰਘਰਸ਼ ਜਿਹੜਾ ਆ ਇਹ ਫਿਰ ਤੇਜ਼ ਹੋਏਗਾ। ਕੋਰੋਨਾ ਮਹਾਮਾਰੀ ਦੌਰਾਨ ਹੁਣ ਲੋਕਡਾਊਨ ਤੋਂ ਬਾਅਦ ਲਗਭਗ ਸਾਰਾ ਕੁਝ ਖੁੱਲਣ ਲੱਗ ਗਿਆ। ਇਸ ਦੇ ਚੱਲਦਿਆਂ ਪਾਕਿਸਤਾਨ ਵੱਲੋਂ ਵੀ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੀ ਤਿਆਰੀ ਕੀਤੀ ਗਈ ਹੈ। ਦੱਸ ਦਈਏ ਕਿ ਪਾਕਿਸਤਾਨ ਵੱਲੋਂ 29 ਜੂਨ ਨੂੰ ਕੋਰੀਡੋਰ ਖੋਲਣ ਦੀ ਅਪੀਲ ਕੀਤੀ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਰਾਜਿੰਦਰ ਸਿੰਘ ਮਹਿਤਾ ਵੱਲੋਂ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਬਹੁਤ ਮਹਾਰਾਜ ਗੁਰੂ ਰਾਮਦਾਸ ਜੀ ਦੇ ਨਾਮ ਤੇ ਮਿਹਰ ਹੋ ਗਈ, ਜਿਹੜਾ ਕਿ ਫਿਰ ਦੁਬਾਰਾ ਖੁੱਲਣ ਲੱਗਾ, ਸੰਗਤਾਂ ਆਪਣੀ ਜਾ ਕੇ ਮਨੋਕਾਮਨਾ ਪੂਰੀਆਂ ਕਰਨਗੀਆਂ, ਦਰਸ਼ਨ ਕਰਨਗੀਆਂ। ਬਹੁਤ ਖੁਸ਼ੀ ਵਾਲੀ ਗੱਲ ਹੈ ਜੀ। ਜੇ ਬੰਦ ਹੋਇਆ ਫਿਰ ਲੰਗਰ ਸਾਡਾ ਕੋਲ ਇਹਦੀ ਵੱਡੀ ਸਾਨੂੰ ਕੋਈ ਕਿਸੇ ਖਾਲਸਾ ਜੀ, ਉਹ ਜਿਹੜਾ ਕਰੋਨਾ ਕਰਕੇ ਆਪ ਜੀ ਨੇ ਪੁੱਛਿਆ ਵੀ ਰਸਤਾ ਬੰਦ ਹੋ ਗਿਆ ਸੀ, ਉਹਦਾ ਕਰਕੇ ਤੁਹਾਨੂੰ ਪਤਾ ਸਰਕਾਰਾਂ ਦੇ ਵਿੱਚ ਸਾਰੇ ਬੜਾ ਬੁਰਾ ਹਾਲ ਸੀ ਤੇ ਸਾਰੀ ਮਹਾਂਮਾਰੀ ਆਈ ਸੀ, ਉਹਦਾ ਕਰਕੇ ਪਾਤਸ਼ਾਹ ਨੇ ਮਿਹਰ ਕੀਤੀ, ਰਹਿਮਤ ਕੀਤੀ ਆ, ਉਹਦਾ ਬਚਾਅ। ਹੁਣ ਉਹ ਰਾਂਗਾ ਖੁੱਲ ਰਿਹਾ। ਬੜਿਆ ਸੰਗਤਾਂ ਦੀ ਇੱਕ ਗੱਲ ਦਾ ਚਾਅ ਆ, ਪਾਤਸ਼ਾਹ ਦੇ ਦਰ ਤੇ ਜਾਈਏ, ਉਸ ਧਰਤੀ ਤੇ ਜਾਈਏ ਜਿੱਥੇ ਮਾਲਕ ਨੇ ਸਾਨੂੰ ਕਿਰਤ ਕਮਾਈ ਕਰਕੇ, 10 ਨੌਹਾਂ ਦੀ ਕਮਾਈ ਕਰਕੇ ਤੇ ਰੱਜ ਕੇ ਕਮਾਉਣ ਦਾ ਤੇ ਖਾਣ ਦਾ ਵੱਲ ਦੱਸਿਆ ਸੀ। ਉਸ ਕਰਕੇ ਪਾਤਸ਼ਾਹ ਦੇ ਦਰ ਤੇ ਸਾਰੇ ਦਰਸ਼ਨ ਕਰਨੇ ਚਾਹੁੰਦੇ ਨੇ। ਸਾਡੇ ਲੋਕਾਂ ਨੇ ਬੜਿਆਂ ਚਿਰਾਂ ਦੀਆਂ ਅਰਦਾਸਾਂ ਬੇਨਤੀਆਂ ਸੀ ਵੀ ਪਾਤਸ਼ਾਹ ਜੀ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦੇ। ਮੈਂ ਦਾਸ ਅੱਗੇ ਹੋ ਕੇ ਵੀ ਆਇਆ, ਉੱਥੇ ਬੜਾ ਸੋਹਣਾ ਆਨੰਦ ਆਇਆ ਜਾਣ ਦੇ ਵਿੱਚ, ਤੇ ਸੰਗਤਾਂ ਬੜੀਆਂ ਤਾਵਲੀਆਂ ਸਾਡੇ ਕੋਲ ਹੋ ਕੇ ਜਾਂਦੀਆਂ, ਕਦੋਂ ਖੁੱਲ੍ਹੇਗਾ ਕਦੋਂ ਖੁੱਲ੍ਹੇਗਾ। ਅਸੀਂ ਪ੍ਰਧਾਨ ਸਾਹਿਬ, ਸੈਕਟਰੀ ਸਾਹਿਬ ਨੂੰ ਪੁੱਛਦੇ ਰਹੇ ਹਾਂ, ਪਰ ਹੁਣ ਸਾਨੂੰ ਆਸ ਹੈ ਵੀ ਜਲਦੀ ਸਰਕਾਰ ਆਈ ਇਸ ਚੀਜ਼ ਦੀ ਆਗਿਆ ਦੇ ਦੇਗੀ ਤੇ ਛੇਤੀ ਖੁੱਲ੍ਹ ਗਿਆ ਤੇ ਫਿਰ ਸੰਗਤਾਂ ਉਸੇ ਹੀ ਤਰ੍ਹਾਂ ਦਰਸ਼ਨ ਦਿਦਾਰੇ ਕਰਿਆ ਕਰਨਗੇ, ਆਇਆ ਤੇ ਜਾਇਆ ਕਰਨਗੇ। ਸ਼ਾਇਦ ਪਾਤਸ਼ਾਹ ਮਿਹਰ ਕਰੇ ਤੇ ਇਹਦੇ ਖੁੱਲ੍ਹੇ ਹੀ ਦਰਸ਼ਨ ਦਿਦਾਰੇ ਕੁਛ ਦਿਨਾਂ ਵਾਸਤੇ ਮੌਕਾ ਮਿਲ ਜਾਵੇ। ਇਹ ਗੱਲ ਦਾ ਪਾਤਸ਼ਾਹ ਦੇ ਗੜੀ ਅਰਦਾਸ ਬੇਨਤੀ ਹੈ, ਮਹਾਰਾਜ ਖੁੱਲ੍ਹੇ ਦਰਸ਼ਨ ਦਿਦਾਰੇ ਵੀ ਦਿੱਤੇ ਜਾਣ। ਛੇਤੀ ਖੁੱਲ੍ਹ ਰਿਹਾ, ਬੜੀ ਆਸ ਆ। ਇਸ ਗੱਲ ਦੀ ਵਧਾਈ ਹੈ ਜੀ, ਸਾਰਿਆਂ ਨੂੰ ਵਧਾਇਓ ਜੀ ਵੀ ਜਿਹੜਾ ਖੁੱਲ੍ਹ ਜਾਵੇ।
ਸਾਹਮਣੇ ਵੇਖ ਕੇ ਪ੍ਰਧਾਨ ਸਾਹਿਬ ਵੱਲੋਂ ਕੁਝ ਦਿਨ ਪਹਿਲਾਂ ਮੀਡੀਆ ਦੇ ਰੂਬਰੂ ਗਏ ਤੇ ਬੇਨਤੀ ਕੀਤੀ ਸਰਕਾਰ ਨੂੰ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹ ਦਿੱਤਾ ਜਾਵੇ। ਜੇ ਪੰਜਾਬ ਖੋਲ੍ਹ ਸਕਦਾ, ਹਿੰਦੁਸਤਾਨ ਖੋਲ੍ਹ ਸਕਦਾ, ਅਨਲੌਕ ਦੀਆਂ ਫੀਸਾਂ ਜਿਹੜੀਆਂ ਬੰਦ ਲਾਗੂ ਹੋ ਸਕਦੀਆਂ ਨੇ, ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹ ਸਕਦਾ। ਧਾਰਮਿਕ ਸਥਾਨਾਂ ਦੇ ਵਿੱਚ ਉਹ ਆਉਂਦਾ ਜਿਹੜੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦਾ ਸਰਕਾਰ ਨੇ ਬਕਾਇਦਾ ਆਰਡੀਨੈਂਸ ਜਾਰੀ ਕੀਤਾ। ਤੇ ਜੇ ਇੱਥੋਂ ਦੇ ਲੋਕ ਧਾਰਮਿਕ ਸਥਾਨ ਖੋਲ੍ਹ ਸਕਦੇ ਤਾਂ ਉਹ ਵੀ ਸਿੱਖਾਂ ਦਾ ਇੱਕ ਆਸਥਾ ਦਾ ਕੇਂਦਰ ਹੈ, ਉੱਥੇ ਵੀ ਸਿੱਖਾਂ ਦੀ ਜਿਹੜੀ ਆਸਥਾ ਖੜੀ ਹੈ। ਇਸ ਕਰਕੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੇ ਵਿੱਚ ਕੋਈ ਹਿੱਚ ਨਹੀਂ ਹੋਣੀ ਚਾਹੀਦੀ। ਹਾਂ, ਜਿਹੜੇ ਪ੍ਰਕਾਸ਼ਨ ਨੇ ਮੌਜੂਦਾ ਹਾਲਾਤਾਂ ਮੁਤਾਬਕ ਉਹ ਸਰਕਾਰ ਨੂੰ ਜ਼ਰੂਰ ਲੈਣੇ ਚਾਹੀਦੇ, ਅਸੀਂ ਉਹ ਗੱਲ ਦੇ ਮਦਈ ਹਾਂ, ਪਰ ਕਰਤਾਰਪੁਰ ਦਾ ਲਾਂਘਾ ਜ਼ਰੂਰ ਖੋਲ੍ਹਣ ਤਾਂ ਕਿ ਸੰਗਤ ਦਰਸ਼ਨ ਕਰ ਸਕੇ। ਪਾਕਿਸਤਾਨ ਤੇ ਫੋਟੋ ਗੱਲ ਆਪਣਿਆਂ ਦੀ ਹੈ ਨਾ, ਸੰਗਤ ਇੱਧਰੋਂ ਜਾਣੀ ਹੈ। ਅਸੀਂ ਇਸੇ ਕਰਕੇ ਬੇਨਤੀ ਕਰਦੇ ਹਾਂ ਸਰਕਾਰ ਨੂੰ ਖੋਲ੍ਹੋ, ਕੋਈ ਇਤਰਾਜ਼ ਨਹੀਂ ਹੈਗਾ, ਪ੍ਰਕਾਸ਼ਨ ਜ਼ਰੂਰ ਲਓ, ਜ਼ਰੂਰੀ ਹੈ। ਜਾਂਦੇ ਜਾਂਦੇ ਇੱਕ ਵਾਰ ਫੇਰ ਤੋਂ ਨਜ਼ਰ ਅਹਿਮ ਸੁਰਖੀਆਂ ਤੇ। ਪੰਜਾਬ ਵਿੱਚ ਨਹੀਂ ਖੁੱਲਣਗੇ ਜਿਮ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਿਤੀ ਕੀਤੀ ਸਾਫ਼, ਕਿਹਾ ਜਿਮ ਖੋਲ੍ਹਣ ਦਾ ਫੈਸਲਾ ਕੇਂਦਰ ਦੇ ਹੱਥ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਚਿੱਠੀ ਨਾਲ ਗਰਮਾਈ ਪੰਜਾਬ ਦੀ ਸਿਆਸਤ, ਸਿੱਖ ਆਗੂ ਭਾਈ ਧਿਆਨ ਸਿੰਘ ਮੰਡ ਨੇ ਵੀ ਦਿੱਤੀ ਸਖਤ ਪ੍ਰਤੀਕਿਰਿਆ। ਫਾਜ਼ਿਲਕਾ ਵਿੱਚ ਸੀਆਈਡੀ ਅਧਿਕਾਰੀ ਦੇ ਕਤਲ ਦੀ ਗੁੱਥੀ ਸੁਲਝੀ, ਮੁਲਜ਼ਮ ਨੂੰ ਆਪਣੀ ਮਾਂ ਨਾਲ ਅਧਿਕਾਰੀ ਦੇ ਨਾਜਾਇਜ਼ ਸੰਬੰਧਾਂ ਦਾ ਸੀ ਸ਼ੱਕ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਅੰਜਾਮ। ਜਲਦ ਖੁੱਲ ਸਕਦਾ ਹੈ ਕਰਤਾਰਪੁਰ ਸਾਹਿਬ ਕੋਰੀਡੋਰ, ਪਾਕਿਸਤਾਨ ਨੇ 29 ਜੂਨ ਨੂੰ ਕੋਰੀਡੋਰ ਖੋਲ੍ਹਣ ਦੀ ਕੀਤੀ ਮੰਗ, ਸ਼੍ਰੋਮਣੀ ਕਮੇਟੀ ਆਗੂਆਂ ਨੇ ਵੀ ਕੀਤੀ ਲਾਂਘਾ ਖੋਲ੍ਹਣ ਦੀ ਅਪੀਲ। ਅੱਜ ਦੇ ਇਸ ਖਾਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ, ਫਿਰ ਤੋਂ ਹਾਜ਼ਰ ਹੋਵਾਂਗੇ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਦੇ ਨਾਲ। ਤਦ ਤੱਕ ਲਈ ਮੈਨੂੰ ਯਾਨੀ ਕਿ ਰਿੰਕੂ ਚੌਧਰੀ ਨੂੰ ਦਿਓ ਇਜਾਜ਼ਤ। ਧੰਨਵਾਦ। This show is sponsored by Ashoka Tandoori Range. Enjoy the Indian taste.